ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨ ਕੇ ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਬਾਣੀ ਵਿਚਾਰ ਰਹੇ ਸੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਸਾਨੂੰ ਸਮਝਾ ਰਹੇ ਸੀ ਸਤਿਗੁਰੂ ਜੀ ਕਿ ਆਪਣੇ ਜੀਵਨ ਦੇ ਵਿੱਚ ਜੇ ਆਪਾਂ ਸ੍ਰੇਸ਼ਟ ਸੁੱਖ ਲੈਣਾ ਹੈ, ਸਾਰੇ ਸੁੱਖਾਂ ਦੇ ਵਿੱਚੋਂ ਸ੍ਰੇਸ਼ਟ ਸੁੱਖ ਜਿਹੜਾ ਹੈ ਉਹ ਆਪਾਂ ਪ੍ਰਾਪਤ ਕਰਨਾ ਹੈ, ਫਿਰ ਸਾਨੂੰ ਗੁਰ ਉਪਦੇਸ਼ ਲੈ ਕੇ ਮਨ ਦੇ ਵਿੱਚ ਵਸਾਉਣਾ ਪੈਣਾ ਹੈ। ਸਰਬ ਸੁੱਖਾਂ ਸੁੱਖ ਸਾਚਾ ਏ। ਸਾਰੇ ਸੁੱਖਾਂ ਦੇ ਵਿੱਚੋਂ ਸ੍ਰੇਸ਼ਟ ਸੁੱਖ ਹੈ ਜਿਹੜਾ ਸੱਚਾ ਸੁੱਖ ਹੈ, ਜਿਹੜਾ ਲੋਕ 'ਚ ਵੀ ਅਤੇ ਪਰਲੋਕ ਦੇ ਵਿੱਚ ਵੀ ਸਦੀਵੀ ਸੁੱਖ ਹੈ, ਜਿਹੜਾ ਉਹ ਹੈ ਕਿ ਗੁਰੂ ਉਪਦੇਸ਼ ਨੂੰ ਮਨ ਦੇ ਵਿੱਚ ਵਸਾਉਣਾ ਹੈ। ਜਾ ਕੋ ਰਾਮ ਨਾਮ ਲਿਵ ਲਾਗੀ, ਕਹੋ ਨਾਨਕ ਸੋ ਧਨ ਬੜ ਭਾਗੀ। ਜਿਹਦੀ ਰਾਮ ਨਾਮ ਦੇ ਨਾਲ ਲਿਵ ਜੁੜ ਗਈ, ਸਤਿਗੁਰੂ ਜੀ ਸਮਝਾਉਂਦੇ ਨੇ ਕਿ ਉਹ ਧਨ ਹੈ, ਉਹ ਬੜ ਭਾਗੀ ਹੈ। ਸੋ ਆਪਾਂ ਸਭ ਤੋਂ ਜਿਹੜਾ ਸੱਚਾ ਸੁੱਖ ਹੈ ਉਹ ਹੈ ਗੁਰ ਦਾ ਗਿਆਨ ਲੈ ਕੇ ਮਨ ਦੇ ਵਿੱਚ ਵਸਾਉਣਾ, ਕਿਉਂਕਿ ਜਿਹੜਾ ਅਮਰ ਗੁਰ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਗੌੜੀ ਗੁਆਰੇਰੀ ਰਾਗ ਦੇ ਵਿੱਚ ਮਹੱਲਾ ਪੰਜਵਾਂ ਔਰ ਹਉ ਪੰਕਤੀ ਪਹਿਲਾਂ ਵਿਚਾਰਦੇ ਹਾਂ। ਹਰ ਹਰ ਨਾਮ ਜਪਤ ਜਨ ਧਾਰਿਓ, ਅਗਨ ਸਾਗਰ ਗੁਰ ਪਾਰ ਉਤਾਰਿਓ। ਗੁਰ ਹੈ, ਗੁਰ ਜਦੋਂ ਅਸੀਂ ਲੈ ਕੇ ਕਮਾ ਲੈਂਦੇ ਹਾਂ, ਕਮਾਉਂਦੇ ਹਾਂ, ਮਨ ਵਿੱਚ ਵਸਾ ਲੈਂਦੇ ਹਾਂ, ਗੁਰ ਸਾਨੂੰ ਇਸ ਸਾਗਰ ਦੇ ਵਿੱਚੋਂ ਪਾਰ ਲੈ ਜਾਂਦਾ ਹੈ, ਜਿਸ ਨੂੰ ਅਗਨ ਸਾਗਰ ਕਹਿ ਦਿੱਤਾ ਹੈ, ਬਿਕ ਸਾਗਰ ਕਹਿ ਦਿੱਤਾ ਹੈ, ਭਵ ਸਾਗਰ ਕਹਿ ਦਿੱਤਾ ਹੈ, ਸੰਸਾਰ ਸਾਗਰ ਕਹਿ ਦਿੱਤਾ ਹੈ। ਜਿਹੜਾ ਤ੍ਰੈ ਗੁਣਾਂ ਦਾ ਸੰਸਾਰ ਹੈ, ਜਦ ਤੱਕ ਮਨ ਪਹਿਲਾਂ ਤ੍ਰੈ ਗੁਣਾਂ ਤੱਕ ਸੀਮਤ ਹੈ, ਅਤੇ ਜਦੋਂ ਗੁਰ ਅਸੀਂ ਲੈ ਕੇ ਮਨ ਵਿੱਚ ਵਸਾਉਂਦੇ ਹਾਂ ਅਤੇ ਗੁਰ ਸਾਨੂੰ ਪਾਰ ਉਤਾਰ ਦਿੰਦਾ ਹੈ। ਫਿਰ ਜੀਵ ਜਿਹੜਾ ਹੈ ਨਾਮ ਨੂੰ ਜਪਦਾ ਹੈ। ਪਹਿਲਾਂ ਪਾਰ ਹੁੰਦਾ ਹੈ, ਨਾਮ ਦੀ ਸੋਝੀ ਆਉਂਦੀ ਹੈ, ਆਪ ਮਾਲਕ ਕਿਰਪਾ ਕਰ ਦਿੰਦਾ, ਉਸ ਨੂੰ ਉਤਾਰਦਾ ਹੈ, ਫਿਰ ਉਹ ਨਾਮ ਨੂੰ ਜਪਦਾ ਹੈ। ਹਰ ਹਰ ਨਾਮ ਜਪਤ ਜਨ ਧਾਰਿਓ, ਜਿਹਨੂੰ ਉਤਾਰ ਲਿਆ ਮਾਲਕ ਨੇ। ਅਗਨ ਸਾਗਰ ਗੁਰ ਪਾਰ ਉਤਾਰਿਓ, ਅਗਨ ਸਾਗਰ ਦੇ ਵਿੱਚੋਂ ਗੁਰ ਨੇ ਪਾਰ ਕਰ ਦਿੱਤਾ, ਫਿਰ ਉਹ ਜੀਵ ਨਾਮ ਨੂੰ ਜਪਦਾ ਹੈ। ਆਓ ਹੁਣ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ। ਸੁਣ ਹਰ ਕਥਾ ਉਤਾਰੀ ਮੈਲ। ਹੁਣ ਸਮਝਾਉਂਦੇ ਨੇ ਵੀ ਐਸੇ ਜਨਾਂ ਤੋਂ ਫਿਰ ਹਰੀ ਦੀ ਕਥਾ ਸੁਣੀ, ਕਿਉਂਕਿ ਹਰੀ ਦੇ ਜਨ ਹਰੀ ਦੀ ਕਥਾ ਸੁਣਾਉਂਦੇ ਨੇ, ਜਿਸ ਨੂੰ ਆਪਾਂ ਕਥਾ ਵੀ ਕਹਿੰਦੇ ਹਾਂ, ਜਿਹੜੀ ਨਿਰਮਲ ਕਥਾ ਵੀ ਹੈ, ਜਿਹੜੀ ਧਿਆਨ ਮਾਰਗ ਹੀ ਹੈ। ਜਿੱਥੇ ਸਾਡੇ ਮਨ ਦੀ ਮੈਲ ਉਤਰਦੀ ਹੈ, ਉਹਦੇ ਜਨਾਂ ਤੋਂ ਉਸ ਨੂੰ ਸੁਣਦੇ ਹਾਂ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਪਏ ਸੁਖ ਸੈਲ। ਮਨ ਮਹਾਪੁਨੀਤ ਹੋ ਗਿਆ, ਪਵਿੱਤਰ ਹੋ ਗਿਆ, ਸੁਖੀ ਹੋ ਗਿਆ। ਕਿਹਦੇ ਨਾਲ?
ਹਰੀ ਦੀ ਕਥਾ ਨੂੰ ਸੁਣ ਕੇ। ਵੱਡਾ ਭਾਗ ਪਾਇਆ ਸਾਧ ਸੰਗ। ਪਰ ਕਿੱਥੇ ਸੁਣੀ ਇਹ ਕਥਾ? ਸਾਧੂ ਜਨਾਂ ਦਾ ਸੰਗ ਕਰਕੇ ਵੱਡੇ ਭਾਗਾਂ ਦੇ ਨਾਲ ਸਾਧ ਸੰਗ ਪ੍ਰਾਪਤ ਹੁੰਦੀ ਹੈ। ਅਤੇ ਜਿੱਥੇ ਅਸੀਂ ਫਿਰ ਗਿਆਨ ਲੈਂਦੇ ਹਾਂ ਹਰੀ ਦੀ ਭਗਤੀ ਦਾ, ਹਰੀ ਦੀ ਕਥਾ ਦਾ, ਜਿੱਥੇ ਫਿਰ ਮਨ ਨਿਰਮਲ ਹੁੰਦਾ ਹੈ। ਇੱਥੇ ਵੀ ਸਾਨੂੰ ਇਹ ਸਮਝਾਉਂਦੇ ਨੇ ਕਿ ਵੱਡੇ ਭਾਗਾਂ ਦੇ ਨਾਲ ਸਾਧੂ ਜਨਾਂ ਦਾ ਸੰਗ ਪ੍ਰਾਪਤ ਹੋਇਆ। ਪਾਰ ਬ੍ਰਹਮ ਸਿਓ ਲਾਗੋ ਰੰਗ। ਤੇ ਕਥਾ ਸੁਣ ਕੇ ਮਨ ਨਿਰਮਲ ਹੋਇਆ, ਪਵਿੱਤਰ ਹੋ ਗਿਆ, ਤੇ ਫਿਰ ਹਰੀ ਦਾ ਰੰਗ, ਪਾਰ ਬ੍ਰਹਮ ਦਾ ਰੰਗ ਚੜ੍ਹਨਾ ਸ਼ੁਰੂ ਹੋ ਗਿਆ। ਪਾਰ ਬ੍ਰਹਮ ਸਿਓ ਲਾਗੋ ਰੰਗ। ਕਿਉਂਕਿ ਜਦ ਤੱਕ ਮਨ ਮੈਲਾ ਹੈ ਉਦੋਂ ਤੱਕ ਆਪਾਂ ਪਾਰ ਬ੍ਰਹਮ ਨੂੰ ਨਹੀਂ ਦੇਖ ਸਕਦੇ, ਬ੍ਰਹਮ ਨੂੰ ਵੀ ਨਹੀਂ ਦੇਖ ਸਕਦੇ। ਇੱਥੇ ਤੱਕ ਆਪਣੇ ਰੂਪ ਨੂੰ ਵੀ ਨਹੀਂ ਦੇਖ ਸਕਦੇ। ਮਨ ਵੀ ਆਪਣੇ ਰੂਪ ਨੂੰ, ਕਿਉਂਕਿ ਉਸਨੇ ਅਸਥੂਲ ਵੀ ਨਹੀਂ ਦੇਖਿਆ ਆਪਣਾ, ਅਤੇ ਸੂਖਮ ਰੂਪ ਤੱਕ ਹੀ ਦੇਖਣਾ। ਆਪਾਂ ਕਦੇ ਪਹਿਲਾਂ ਆਪਣੀ ਅੱਖਾਂ ਦੇ ਨਾਲ ਆਪਣੇ ਅਸਥੂਲ ਰੂਪ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਆਪਾਂ ਸ਼ੀਸ਼ੇ ਦੁਆਰਾ ਹੀ ਦੇਖਦੇ ਰਹੇ ਹਾਂ। ਆਪਾਂ ਨਖਾਲਸ ਵੀ ਨਹੀਂ ਦੇਖਿਆ ਅਤੇ ਖਾਲਸ ਵੀ ਨਹੀਂ ਦੇਖਿਆ। ਅਤੇ ਜਦੋਂ ਗੁਰ ਦਾ ਗਿਆਨ ਲੈ ਕੇ ਫਿਰ ਸਾਨੂੰ ਦੋਨਾਂ ਰੂਪਾਂ ਦੀ ਪਹਿਚਾਣ ਹੋ ਜਾਂਦੀ, ਖਾਲਸ ਅਤੇ ਨਖਾਲਸ। ਕਿਉਂਕਿ ਨਖਾਲਸ ਤੋਂ ਬਾਅਦ ਜਦੋਂ ਪੂਰਨ ਜੋਤ ਜਗ ਪੈਂਦੀ ਹੈ, ਫਿਰ ਖਾਲਸ ਰੂਪ ਸਾਡਾ ਪ੍ਰਗਟ ਹੋ ਜਾਂਦਾ ਹੈ। ਇਸ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਜਦੋਂ ਪਰਮਾਤਮਾ ਦਇਆ ਕਰਦਾ ਹੈ, ਕਿਰਪਾ ਕਰਦਾ ਹੈ, ਫਿਰ ਸਾਡਾ ਮਨ ਦਾ ਖਾਲਸ ਰੂਪ ਪ੍ਰਗਟ ਹੁੰਦਾ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਫਿਰ ਆਪਾਂ ਖਾਲਸ ਤੇ ਨਖਾਲਸ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੈ। ਇੱਥੇ ਵੀ ਫਿਰ ਮਨ ਪਾਰ ਬ੍ਰਹਮ ਦਾ ਰੰਗ ਲੱਗਦਾ ਹੈ। ਪਾਰ ਬ੍ਰਹਮ ਖਾਲਸਾ ਹੈ ਅਤੇ ਮਨ ਨੂੰ ਵੀ ਰੰਗ ਚੜ੍ਹ ਜਾਂਦਾ ਹੈ, ਮਨ ਵੀ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਹਰ ਕੀਰਤਨ ਮਨ ਸੀਤਲ ਪਏ। ਹਰੀ ਦਾ ਕੀਰਤਨ ਸੁਣਿਆ, ਜਿਹਦੇ ਨਾਲ ਮਨ ਨਿਰਮਲ ਹੋ ਗਿਆ, ਸੀਤਲ ਹੋ ਗਿਆ। ਕੀਰਤਨ ਕੀ ਹੈ? ਜੋ ਕਲਯੁੱਗ ਦੇ ਵਿੱਚ ਕੀਰਤਨ ਦੱਸਿਆ ਹੈ, ਪ੍ਰਧਾਨ ਕੀਰਤਨ ਹੈ, ਉਹ ਹੈ ਕਿ ਗੁਰਮੁਖ ਜਪਦੇ ਨੇ ਅਤੇ ਅਸੀਂ ਧਿਆਨ ਲਾ ਕੇ ਉਸ ਨੂੰ ਸੁਣਨਾ ਹੈ। ਉਹ ਦੱਸਣਗੇ ਧਿਆਨ ਕਿੱਥੇ ਕਿੱਥੇ ਲਾਉਣਾ। ਗੁਰਮੁਖ ਤੁਹਾਨੂੰ ਦੱਸਦੇ ਨੇ ਵੀ ਇੱਥੇ ਇੱਥੇ ਧਿਆਨ ਲਾਉਣਾ ਹੈ, ਅਤੇ ਅਸੀਂ ਉੱਥੇ ਉੱਥੇ ਧਿਆਨ ਲਗਾਉਣਾ ਹੁੰਦਾ ਹੈ। ਇਹ ਕੀਰਤਨ ਜਿਹੜਾ ਹੈ ਕਲਯੁੱਗ ਦੇ ਵਿੱਚ ਪ੍ਰਧਾਨ ਹੈ। ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਆਪ ਤਰੇ ਪਿਤਰੀ ਕੁਲ ਤਾਰੇ, ਦਰਗਹਿ ਪਤ ਸਿਉ ਆਪ ਤਰੇ ਸੰਗਤ ਕੁਲ ਤਾਰੇ, ਦਰਗਹਿ ਪਤ ਸਿਉ ਜਾਏ। ਆਪ ਵੀ ਤਰਦਾ, ਸੰਗਤ ਨੂੰ ਵੀ ਤਾਰਦਾ, ਦਰਗਾਹ ਦੇ ਵਿੱਚ ਮਾਣ ਨਾਲ ਜਾ ਕੇ ਪ੍ਰਵੇਸ਼ ਕਰਦਾ ਹੈ। ਕਰ ਕੀਰਤਨ ਮਨ ਸੀਤਲ ਪਏ, ਜਨਮ ਜਨਮ ਕੇ ਕਿਲ ਵਿਖ ਗਏ। ਅਤੇ ਕੀਰਤਨ ਸੁਣਨ ਦੇ ਨਾਲ ਜਿਹੜੇ ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਸੀ ਮਨ ਨੂੰ, ਉਹ ਖਤਮ ਹੋ ਗਈ। ਸਰਮ ਨਿਧਾਨ ਪੇਖੇ ਮਨ ਮਾਹੇ। ਫਿਰ ਮਨ ਦੇ ਵਿੱਚ ਹੀ ਸਾਰਾ ਖਜ਼ਾਨਾ ਪ੍ਰਾਪਤ ਹੋਇਆ। ਦੇਖਿਆ ਜੋ ਨਾਮ ਦਾ ਖਜ਼ਾਨਾ ਹੈ, ਸੱਚ ਹੈ, ਕਿੱਥੇ ਵਸ ਜਾਂਦਾ ਹੈ? ਮਨ ਦੇ ਵਿੱਚ। ਪਰ ਕਦੋਂ? ਜਦੋਂ ਮਨ ਨਿਰਮਲ ਹੋ ਜਾਂਦਾ ਹੈ। ਨਾਮ ਮਨ ਵਿੱਚ ਵਸ ਜਾਂਦਾ ਹੈ, ਪਰਮੇਸ਼ਰ ਮਨ ਵਿੱਚ ਵਸ ਜਾਂਦਾ ਹੈ। ਜਦੋਂ ਮਨ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਸਾਰਾ ਕੁਛ ਮਨ ਦੇ ਵਿੱਚ। ਕਿਉਂਕਿ ਮਨ ਵੀ ਸਾਡਾ ਇੱਕ, ਆਪਾਂ ਕਹਿ ਸਕਦੇ ਹਾਂ ਕਿ ਉਹ ਰੂਪ ਪੈਦਾ ਹੋ ਜਾਂਦਾ ਜਿਹੜਾ ਬੇਅੰਤ ਹੈ, ਅਤੇ ਉਸ ਦੇ ਵਿੱਚ ਫਿਰ ਨਾਮ ਵੀ ਵਸਦਾ ਹੈ ਅਤੇ ਮਾਲਕ ਵੀ ਵਸਦਾ ਹੈ।
ਅਬ ਢੂੰਡਨ ਕਾਹੇ ਕੋ ਜਾਹੇ। ਕਹਿੰਦੇ ਹੁਣ ਸਾਰਾ ਕੁਛ ਮਨ ਵਿੱਚ ਹੀ ਜਾ ਪ੍ਰਾਪਤ ਹੋ ਗਿਆ, ਹੁਣ ਅਸੀਂ ਕਿਸ ਪਾਸੇ ਢੂੰਡਣ ਕਾਹ ਵਾਸਤੇ ਜਾਈਏ। ਹੁਣ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਮਨ ਦੇ ਵਿੱਚ ਹੀ ਪ੍ਰਭੂ ਨੂੰ ਪਾ ਲਿਆ, ਮਨ ਦੇ ਵਿੱਚ ਹੀ ਨਾਮ ਪ੍ਰਾਪਤ ਹੋ ਲਿਆ, ਸਾਰਾ ਖਜ਼ਾਨਾ ਹੀ ਪਿਓ ਦਾਦੇ ਦਾ ਖੋਲ੍ਹ ਕੇ ਦੇਖ ਲਿਆ। ਹੁਣ ਅਸੀਂ ਢੂੰਡਣ ਕਿੱਥੇ ਜਾਈਏ, ਕਾਸ ਵਾਸਤੇ ਜਾਈਏ ਹੋਰ ਪਾਸੇ। ਪ੍ਰਭ ਆਪਣੇ ਜਬ ਪਏ ਦਿਆਲ। ਜਦੋਂ ਪ੍ਰਭੂ ਦਿਆਲ ਹੋ ਜਾਂਦਾ, ਕਿਰਪਾਲੂ ਹੋ ਜਾਂਦਾ ਹੈ, ਪੂਰਨ ਹੋਈ ਸੇਵਕ ਕੀ ਕਾਲ। ਸੇਵਕ ਦੀ ਘਾਲਨਾ ਜਦੋਂ ਪੂਰੀ ਹੋ ਜਾਂਦੀ ਹੈ, ਪ੍ਰਭੂ ਦੀ ਕਿਰਪਾ ਦੇ ਨਾਲ ਦਇਆ ਕਰਦਾ ਹੈ, ਕਿਉਂਕਿ ਆਪਣੀ ਸੇਵਾ ਦੇ ਵਿੱਚ ਆਪ ਹੀ ਲਾਉਂਦਾ ਹੈ। ਉਸ ਦੀ ਦਇਆ ਤੋਂ ਬਿਨਾਂ ਆਪਾਂ ਉਸ ਦੀ ਸੇਵਾ ਨਹੀਂ ਕਰ ਸਕਦੇ, ਕਿਉਂਕਿ ਉਸ ਪ੍ਰਭੂ ਵੱਲੋਂ ਹੀ ਇਹ ਸੇਵਾ ਬਣ ਕੇ ਆਉਂਦੀ ਹੈ ਸਾਡੇ ਵਾਸਤੇ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਆਪ ਕਿਰਪਾ ਕਰਦਾ ਹੈ, ਫਿਰ ਉਹਦੇ ਜਨਾਂ ਦੀ, ਉਸ ਦੇ ਸੇਵਕ ਦੀ ਕਾਲ ਪੂਰੀ ਹੋ ਜਾਂਦੀ ਹੈ। ਬੰਧਨ ਕਾਟ ਕੀਏ ਆਪਣੇ ਦਾਸ। ਆਪ ਦਇਆ ਕਰਦਾ ਹੈ, ਬੰਧਨ ਕੱਟ ਦਿੰਦਾ ਹੈ, ਆਪਣਾ ਦਾਸ ਬਣਾ ਲੈਂਦਾ ਹੈ, ਆਪਣਾ ਚਾਕਰ ਬਣਾ ਲੈਂਦਾ ਹੈ। ਸਿਮਰ 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 ਗੁਣਦਾਸ। ਫਿਰ ਉਸ ਦੇ ਗੁਣਾਂ ਦਾ ਗਿਆਨ ਦਿੰਦਾ ਹੈ। ਫਿਰ ਸਿਮਰਨ ਕਿਹੜਾ ਹੋ ਜਾਂਦਾ ਹੈ, ਪਹਿਲਾਂ ਧਿਆਨ ਮਾਰਗ ਹੈ, ਧਿਆਨ ਮਾਰਗ ਤੋਂ ਬਾਅਦ ਫਿਰ ਜੋ ਹੈ ਖਜ਼ਾਨਾ ਦਿੰਦਾ ਹੈ ਮਾਲਕ। ਫਿਰ ਉਸ ਦੇ ਗੁਣ ਵਰਤਾਉਣੇ ਨੇ, ਉਸ ਦੇ ਗੁਣਾਂ ਦਾ ਖਜ਼ਾਨਾ ਵਰਤਾਉਣਾ ਹੁੰਦਾ, ਕਿਉਂਕਿ ਆਪ ਮਾਲਕ ਆਪਣਾ ਦਾਸ ਬਣਾ ਕੇ ਖਜ਼ਾਨਾ ਦਿੰਦਾ ਹੈ ਗੁਣਾਂ ਦਾ। ਏਕੋ ਮਨ ਏਕੋ ਸਭ ਠਾਏ। ਇੱਕ ਹੀ ਮਨ ਹੈ ਤੇ ਮਨ ਦੇ ਵਿੱਚ ਸਾਰੇ ਪਾਸੇ ਪਰਮੇਸ਼ਰ ਵਸਦਾ ਹੈ, ਸਾਰੇ ਥਾਂ, ਕਿਉਂਕਿ ਮਨ ਉਸ ਸਮਾ ਜਾਂਦਾ ਤੇ ਉਹ ਮਨ ਵਿੱਚ ਸਮਾ ਜਾਂਦਾ ਹੈ। ਜਿੱਥੇ ਵੀ ਜਾਈਏ ਹਾਜ਼ਰ ਹੈ। ਪੂਰਨ ਪੂਰ ਰਹਿਓ ਸਭ ਜਾਏ। ਹਰ ਥਾਂ ਤੇ ਜਿੱਥੇ ਵੀ ਚਲੇ ਜਾਈਏ ਪੂਰ ਰਿਹਾ ਹੈ। ਜਦੋਂ ਮਨ ਦਾ ਗਿਆਨ ਹੋ ਗਿਆ, ਮਨ ਪ੍ਰਕਾਸ਼ ਹੋ ਗਿਆ, ਮਨ ਨਾਮ ਸਮਾ ਗਿਆ, ਨਾਮ ਮਨ ਦੇ ਵਿੱਚ ਸਮਾ ਗਿਆ, ਇੱਕ ਦੂਜੇ ਦੇ ਵਿੱਚ ਸਮਾ ਗਏ, ਫਿਰ ਜਿੱਥੇ ਦੇਖਦੇ ਹਾਂ ਉੱਥੇ ਹੀ ਮੌਜੂਦ ਹੈ। ਜੈ ਤਿਰ ਦੇਖੋ ਤਹਿ ਤਰ ਮੌਜੂਦ। ਜਿੱਥੇ ਵੀ ਦੇਖਦੇ ਉੱਥੇ ਹੀ ਹਰ ਸਮੇਂ ਮੌਜੂਦ ਹੈ, ਅਠੇ ਪਹਿਰ ਸਾਹਮਣੇ ਹੈ। ਗੁਰ ਪੂਰੈ ਸਭ ਭਰਮ ਚੁਕਾਇਆ। ਪਰ ਹੋਇਆ ਕਿਹਦੇ ਨਾਲ? ਇਹ ਸਾਰੀ ਅਵਸਥਾ ਬਣੀ ਕਿਵੇਂ? ਕਿਹੜੀ ਕਥਾ ਸੁਣੀ? ਪੂਰਾ ਗੁਰ। ਪੂਰੇ ਗੁਰ ਲੈ ਕੇ ਜਦੋਂ ਕਮਾਇਆ, ਮਨ ਵਿੱਚ ਵਸਾਇਆ, ਤੇ ਉਸਨੇ ਭਰਮ ਖਤਮ ਕਰ ਦਿੱਤਾ ਹੈ। ਪੂਰੇ ਗੁਰ ਸਭ ਭਰਮ ਚੁਕਾ, ਸਾਰੇ ਭਰਮ ਖਤਮ ਕਰ ਦਿੱਤੇ। ਹਰ ਸਿਮਰਤ ਨਾਨਕ ਸੁਖ ਪਾਇਆ। ਫਿਰ ਹਰੀ ਦਾ ਸਿਮਰਨ ਕਰਦਾ ਹੈ, ਸੁਖ ਪ੍ਰਾਪਤ ਹੁੰਦਾ ਹੈ। ਪ੍ਰਭੂ ਦੇ ਗੁਣ ਗਾਉਂਦਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਕਿਉਂਕਿ ਆਪ ਆਪਣੀ ਸੇਵਾ ਦੇ ਵਿੱਚ ਲਾਉਂਦਾ ਹੈ। ਆਪ ਆਪਣੇ ਜਨਾਂ ਦੁਆਰਾ ਨਾਮ ਜਪਾਉਂਦਾ ਹੈ ਤੇ ਆਪਣਾ ਹੀ ਰੂਪ ਬਣਾ ਲੈਂਦਾ ਹੈ। ਸ੍ਰੀ ਮਹਾਰਾਜ ਸਮਝਾਉਂਦੇ ਨੇ, ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨ ਜਾਣਸ ਮਾਨਸ ਦੇਹਾ। ਭੇਦ ਨ ਜਾਣੋ ਮਾਨਸ ਦੇਹਾ। ਵੀ ਮਾਨਸ ਦੇ ਨਹੀਂ ਹੈ, ਕਿਉਂਕਿ ਮਨ ਦੀ ਅਵਸਥਾ ਪ੍ਰਕਾਸ਼ ਰੂਪ ਹੋ ਕੇ ਪ੍ਰਭੂ ਰੂਪ ਹੀ ਹੋ ਜਾਂਦੀ ਹੈ, ਪ੍ਰਕਾਸ਼ ਹੀ ਹੋ ਜਾਂਦਾ ਹੈ। ਇਸ ਕਰਕੇ ਦੇਹ ਨਹੀਂ, ਦੇਹ ਤਾਂ ਇੱਕ ਕੱਪੜਾ ਹੈ, ਪਰ ਜਦ ਤੱਕ ਸਾਨੂੰ ਇਸ ਦੇਹ ਦਾ ਸੋਝੀ ਨਹੀਂ ਆਉਂਦੀ, ਉਦੋਂ ਤੱਕ ਆਪਾਂ ਉਸ ਤੋਂ ਵਿਛੜੇ ਹਾਂ। ਜਦੋਂ ਇਸ ਤਨ ਦਾ ਭੇਦ ਆ ਜਾਂਦਾ ਹੈ, 10 ਦੁਆਰਾਂ ਦਾ ਤਨ ਦਾ, ਕਿਵੇਂ ਅਸੀਂ ਅੰਤਰਗਤ ਜਾਣਾ ਹੈ, ਕਿਵੇਂ ਸਮਾਉਣਾ ਹੈ, ਕਿਵੇਂ ਉਸ ਦੇ ਦਰਸ਼ਨ ਕਰਨੇ ਨੇ, ਫਿਰ ਸਾਨੂੰ ਆਪਣਾ ਹੀ ਰੂਪ ਬਣਾ ਲੈਂਦਾ ਹੈ।
ਆਓ ਅਗਲਾ ਸ਼ਬਦ ਵਿਚਾਰਦੇ ਹਾਂ। ਇਹ ਵੀ ਗੌੜੀ ਗੋਰੈਰੀ ਰਾਗ ਦਾ ਮਹੱਲੇ ਪੰਜਵੇਂ ਦਾ ਸ਼ਬਦ ਹੈ। ਔਰ ਹੋ ਪੰਕਤੀ। ਉਹ ਬੇਲਾ ਕਛ ਚੀਤ ਨ ਆਵੈ, ਬਿਨ ਸਜਾਏ ਤਾਹੂ ਲਪਟਾਵੇ। ਸਮਝਾਉਂਦੇ ਨੇ ਕਿ ਮਨ ਇਸ ਸੰਸਾਰ 'ਚ ਆ ਕੇ ਜਿਸ ਕਾਰਜ ਨੂੰ ਆਇਆ ਹੈ, ਜਾਂ ਇਸ ਨੂੰ ਇਹ ਨਹੀਂ ਪਤਾ ਕਿ ਇੱਕ ਦਿਨ ਇੱਥੋਂ ਅਸੀਂ ਜਾਣਾ ਹੈ, ਕਿਉਂਕਿ ਆਪਾਂ ਮਨ ਇੱਥੇ ਆ ਗਿਆ, ਇਹ ਭਰਮ 'ਚ ਪੈ ਜਾਂਦਾ ਹੈ। ਨਾਲੇ ਦੇਖਦਾ ਵੀ ਹੈ ਸੰਸਾਰ ਦੇ ਵਿੱਚ ਕਿ ਕਿਵੇਂ ਸੰਸਾਰ ਜੰਮ ਰਿਹਾ ਹੈ, ਕਿਵੇਂ ਸੰਸਾਰ ਦੇ ਵਿੱਚ ਮੌਤਾਂ ਹੋ ਰਹੀਆਂ ਨੇ। ਆਲੇ ਦੁਆਲੇ ਬਚਪਨ, ਜਵਾਨੀ, ਬੁਢੇਪਾ, ਹਰ ਉਮਰ ਦੇ ਵਿੱਚ ਮੌਤਾਂ ਹੋ ਰਹੀਆਂ ਨੇ। ਪਰ ਫਿਰ ਵੀ ਮਨ ਜਿਹੜਾ ਹੈ ਇਹ ਨਹੀਂ ਜਾਣਦਾ ਕਿ ਮੇਰੇ 'ਤੇ ਵੀ ਇਹ ਸਮਾਂ ਆਉਣਾ ਹੈ। ਇਸ ਕਰਕੇ ਇਹ ਜਿਸ ਕਾਰਜ ਵਾਸਤੇ ਆਇਆ ਉਹ ਕਾਰਜ ਨਹੀਂ ਕਰਦਾ। ਕੀ ਕਰਦਾ ਹੈ? ਉਸ ਚੀਜ਼ਾਂ ਨੂੰ ਇਕੱਠੀਆਂ ਕਰਦਾ ਜਿਹੜੀਆਂ ਬਿਨਸਨਹਾਰ ਨੇ, ਉਹਨਾਂ ਦੇ ਨਾਲ ਜੁੜਿਆ ਹੈ ਜਿਹੜੀਆਂ ਬਿਨਸਨਹਾਰ ਨੇ। ਜੋ ਅਵਿਨਾਸ਼ੀ ਹੈ, ਜਿਸ ਨੂੰ ਮਿਲਣ ਦੇ ਵਾਸਤੇ ਬਾਰੀ ਮਿਲੀ ਹੈ, ਉਹ ਇਸ ਦੇ ਚੇਤੇ ਨਹੀਂ ਆਉਂਦਾ। ਬਿਨ ਸਜਾਏ ਤਾਹੂ ਲਪਟਾਵੇ। ਉਹਨਾਂ ਚੀਜ਼ਾਂ ਦੇ ਨਾਲ ਲਪਟਦਾ ਜਿਹੜੀਆਂ ਬਿਨਸਨਹਾਰ ਨੇ। ਜਿਹੜੀ ਅਵਿਨਾਸ਼ੀ ਹੈ, ਜਿਹਦੀ ਸਦਾ ਥਿਰ ਹੈ, ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ, ਕਿਉਂਕਿ ਇਹਦਾ ਧਿਆਨ ਹੀ ਨਹੀਂ ਹੈ ਉਧਰ। ਨਾਲੇ ਦੇਖ ਵੀ ਰਿਹਾ ਹੈ ਸੰਸਾਰ ਨੂੰ। ਔਰ ਸ਼ਬਦ ਸ਼ੁਰੂ ਕਰਦੇ ਹਾਂ। ਅਗਲੇ ਮੂਏ ਸੇ ਪਾਛੈ ਪਰੇ। ਸਮਝਾਉਂਦੇ ਨੇ ਕਿ ਨਵੇਂ ਜਨਮ ਲਈ ਜਾ ਰਹੇ ਨੇ, ਤੇ ਅਗਲੇ ਜਿਹੜੇ ਜਨਮੇ ਹੋਏ ਸੀ ਉਹ ਮ੍ਰਿਤਿੂ ਹੋ ਰਹੀ ਹੈ। ਜੋ ਉਬਰੇ ਸੇ ਬੰਦ ਲੱਖ ਖਰੇ। ਜਿਹੜੇ ਸੰਸਾਰ 'ਚ ਜੀਵ ਜਨਮ ਲੈ ਕੇ ਵੱਡੇ ਹੋ ਜਾਂਦੇ ਨੇ, ਉਹ ਮਾਇਆ ਇਕੱਠੀ ਕਰਨ ਦੇ ਵਾਸਤੇ ਬੜੇ ਸਾਵਧਾਨ ਹੋ ਕੇ ਲੱਗੇ ਨੇ। ਜਿਵੇਂ ਕਮਰ ਕਸਾ ਕਸਿਆ ਹੁੰਦਾ ਹੈ ਜੀਵ ਨੇ ਕੰਮ ਕਰਨ ਵਾਸਤੇ, ਇੱਦਾਂ ਹੀ ਇੱਥੇ ਸਮਝਾਉਂਦੇ ਨੇ ਕਿ ਉਹ ਆਪਣੇ ਲੱਕ ਨੂੰ ਬੰਨੀ ਖੜੇ ਨੇ ਕਮਰ ਕਸੇ। ਪਰ ਉਹ ਨਹੀਂ ਦੇਖਦੇ ਕਿ ਕੁਛ ਜੀਵ ਮਰੀ ਜਾ ਰਹੇ ਨੇ, ਪਿੱਛੇ ਹੋਰ ਜਨਮ ਹੋਈ ਜਾ ਰਿਹਾ ਹੈ। ਪਰ ਜਿਹੜੇ ਜੀਵਤ ਨੇ, ਜਿਹੜੇ ਜਵਾਨ ਨੇ, ਜੋ ਵੱਡੇ ਨੇ, ਸੋਝੀ ਵਾਲੇ ਨੇ, ਉਹ ਮਾਇਆ ਇਕੱਠੀ ਕਰਨ ਦੇ ਵਾਸਤੇ ਹੀ ਲੱਗੇ ਨੇ। ਜਿਹੇ ਧੰਦੇ ਮੈਂ ਉਹ ਲਪਟਾਏ। ਕਹਿੰਦੇ ਉਹ ਜਿਹੜੇ ਧੰਦੇ ਦੇ ਵਿੱਚ ਲਪਟਾਏ ਹੋਏ ਨੇ, ਉਨ ਤੇ ਦੁੱਗਣ ਦੀ ਦਿੜੀ ਉਨਮਾਏ। ਉਹਨਾਂ ਨੇ ਜਿਸ ਧੰਦੇ ਦੇ ਵਿੱਚ ਲੱਗਿਆ ਹੈ ਜੀਵ, ਜੋ ਕਮਾਉਂਦਾ ਤਾਂ ਹੈ, ਲੇਕਿਨ ਦ੍ਰਿੜ ਕੀ ਕੀਤਾ ਕਿ ਜਿੰਨਾ ਮੈਂ ਕਮਾਉਂਦਾ ਹਾਂ ਉਸ ਤੋਂ ਹੋਰ ਜ਼ਿਆਦਾ ਦੁੱਗਣਾ ਕਮਾਉਣਾ ਹੈ। ਇਹ ਦ੍ਰਿੜ ਕੀਤਾ ਹੋਇਆ ਹੈ। ਉਨ ਤੇ ਦੁੱਗਣ ਦਿੜੀ ਉਨਮਾਏ। ਜਿਹੜੇ ਵੀ ਜੀਵ ਧੰਦੇ 'ਚ ਲੱਗਿਆ ਹੈ, ਕਿਉਂਕਿ ਲੱਗਿਆ ਕਿਸ ਤੇ ਹੈ? ਤ੍ਰੈਗੁਣੀ ਧਨ ਦੌਲਤ ਇਕੱਠੀ ਕਰਨ ਦੇ ਵਿੱਚ। ਤੇ ਜਿੰਨੀ ਕੁ ਕਮਾਉਂਦਾ ਹੈ ਉੱਥੇ ਸਬਰ ਨਹੀਂ ਹੈ। ਇਹ ਦ੍ਰਿੜ ਕੀਤਾ ਹੈ ਕਿ ਇਸ ਤੋਂ ਦੁੱਗਣੀ ਮੈਂ ਹੋਰ ਕਮਾਉਣੀ ਹੈ, ਹੋਰ ਕਮਾਉਣੀ ਹੈ। ਪਰ ਉਹ ਵੇਲਾ ਨਹੀਂ ਚਿੱਤ ਆਉਂਦਾ ਜਦੋਂ ਇੱਕ ਦਿਨ ਸਾਰਾ ਕੁਝ ਛੱਡ ਕੇ ਜਾਣਾ ਹੈ, ਜਿਵੇਂ ਸੰਸਾਰ ਜਾ ਰਿਹਾ ਹੈ। ਆਸਾ ਬੰਦੀ ਮੂਰਖ ਦੇ। ਇੰਨੀਆਂ ਆਸ਼ਾਵਾਂ ਦੇ ਵਿੱਚ, ਬੰਧਨਾਂ ਦੇ ਵਿੱਚ ਪਿਆ ਹੈ ਮੂਰਖ ਜੀਵ, ਤਨ ਨਾਲ ਜੁੜ ਕੇ, ਦੇਹ ਨਾਲ ਜੁੜ ਕੇ, ਕਿਉਂਕਿ ਇਸ ਨੂੰ ਇਹ ਨਹੀਂ ਪਤਾ ਵੀ ਦੇਹ ਨੇ ਵੀ ਵਿਨਸਣਾ ਹੈ। ਕਾਮ ਕ੍ਰੋਧ ਲਪਟਿਓ ਅਸਨੇ। ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਇਹਨਾਂ ਦੇ ਵਿੱਚ ਜੀਵ ਫਸਿਆ ਹੋਇਆ ਹੈ, ਬੰਧਨਾਂ ਦੇ ਵਿੱਚ ਪਿਆ ਹੋਇਆ ਹੈ। ਸਿਰ ਉੱਪਰ ਠਾਡੋ ਧਰਮ ਰਾਏ। ਤੇ ਸਿਰ ਤੇ ਧਰਮ ਰਾਜ ਖੜਾ ਹੈ ਸਾਹਮਣੇ।
ਸੱਜੇ ਪਾਸੇ ਧਰਮਰਾਜ ਦੇਖ ਰਿਹਾ ਹੈ। ਮਿੱਠੀ ਕਰ ਕਰ ਵਿਖਿਆ ਖਾਏ। ਪਰ ਜੀਵ ਇਹ ਗਿਆਨ ਨਹੀਂ ਲੈਂਦਾ, ਕਿਉਂਕਿ ਜੋ ਅਸੀਂ ਕਰਦੇ ਹਾਂ ਸਾਡੀ ਕਰਨੀ ਨੂੰ, ਕੀਰਤ ਨੂੰ, ਸਾਡੀ ਨੂੰ ਵਾਚਿਆ ਜਾਣਾ ਹੈ, ਕਿਉਂਕਿ ਉਹ ਸਾਹਮਣੇ ਖੜਾ ਦੇਖ ਰਿਹਾ ਹੈ। ਜਿਸ ਨੂੰ ਆਪਾਂ ਪੜ੍ਹਦੇ ਹਾਂ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਸਾਹਮਣੇ ਹੀ ਧਰਮਰਾਜ ਸਾਡੀਆਂ ਚੰਗਿਆਈਆਂ ਤੇ ਬੁਰਿਆਈਆਂ ਨੂੰ ਬਚ ਰਿਹਾ ਹੈ। ਪਰ ਅਸੀਂ ਫਿਰ ਵੀ ਵਿਖਿਆ ਹੈ ਕਿ ਮਨ ਇਸ ਮਾਇਆ ਦੇ ਵਿੱਚ ਉਹ ਵੀ ਹੱਕਦਾਰ ਨਹੀਂ ਠੱਗੀ। ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਅੱਜ ਕਿਸੇ ਜੀਵ ਦੀ ਤਨਖਾਹ ਹੈ, ਕੋਈ ਸਰਵਿਸ ਕਰਦਾ ਹੈ, ਨੌਕਰੀ ਕਰਦਾ ਹੈ, ਕਿ ਉਸਨੂੰ 50,000 ਰੁਪਈਆ ਤਨਖਾਹ ਮਿਲਦੀ ਹੈ, ਲੇਕਿਨ ਉਸ 'ਤੇ ਸਬਰ ਨਹੀਂ ਹੈ। ਉਸਨੂੰ ਇਹ ਹੈ ਕਿ 50,000 ਮੇਰੀ ਤਨਖਾਹ ਹੈ, 50,000 ਰੁਪਈਆ ਮੈਂ ਹੋਰ ਕਮਾਉਣਾ ਹੈ, ਉੱਪਰੋਂ ਰਿਸ਼ਵਤ ਲੈਣੀ ਹੈ। ਐਸੀ ਜਿਹੜੀ ਮਾਇਆ ਹੈ ਇਹ ਫਿਰ ਵਿਖ ਹੈ, ਪਰ ਉਹਨਾਂ ਜੀਵਾਂ ਨੂੰ ਬੜੀ ਮਿੱਠੀ ਲੱਗਦੀ ਹੈ, ਕਿਉਂਕਿ ਉਹਨਾਂ ਨੇ ਦ੍ਰਿੜ੍ਹ ਇਹ ਕੀਤਾ ਹੈ ਕਿ ਇੰਨੇ ਨਾਲ ਸਬਰ ਨਹੀਂ ਹੈ। 50,000 ਤਨਖਾਹ, 50,000 ਲੱਖ ਰੁਪਈਆ ਕਮਾਉਣਾ, ਦੁੱਗਣੀ ਕਮਾਉਣੀ ਹੈ। ਅਤੇ ਉਸਨੂੰ ਪਤਾ ਹੀ ਨਹੀਂ ਕਿ ਧਰਮਰਾਜ ਖੜਾ ਦੇਖ ਰਿਹਾ ਹੈ ਕਿ ਮੈਂ ਪਾਪ ਕਰ ਰਿਹਾ ਹਾਂ, ਮਿੱਠੀ ਵਿਖ ਨੂੰ ਮਿੱਠੀ ਸਮਝ ਕੇ ਖਾ ਰਿਹਾ ਹਾਂ। ਇੱਦਾਂ ਇਹ ਤਾਂ ਇੱਕ ਆਪਾਂ ਉਦਾਹਰਨ ਦਿੱਤੀ ਹੈ। ਕਿਸੇ ਵੀ ਧੰਦੇ ਦੇ ਵਿੱਚ ਹਰ ਇੱਕ ਜੀਵ ਦੇ ਅੰਦਰ ਲਾਲਚ ਦੇ ਵਿੱਚ ਫਸਿਆ ਹੈ ਕਿ ਹੋਰ ਕਮਾਉਣਾ, ਹੋਰ ਕਮਾਉਣਾ ਹੈ। ਹਉ ਬੰਦੋ ਹਉ ਸਾਧੂ ਬੈਰ, ਹਮਰੀ ਭੂਮ ਕੌਣ ਕਾਲੈ ਪੈਰ। ਹੰਕਾਰ ਦੇ ਵਿੱਚ ਭਰਿਆ ਗੱਲਾਂ ਕਰਦਾ ਹੈ ਕਿ ਮੈਂ ਇਸ ਨੂੰ ਬੰਨ੍ਹ ਲਵਾਂਗਾ, ਮੈਂ ਇਸ ਨੂੰ ਸਵਾਰ ਦੇਵਾਂਗਾ, ਮੈਂ ਇਸ ਨੂੰ, ਜਿਸ ਨੂੰ ਸਮਝਾਉਂਦੇ ਨੇ ਕਿ ਸਾਡੀ ਇਹ ਜਾਇਦਾਦ ਹੈ, ਸਾਡੀ ਜ਼ਮੀਨ ਹੈ, ਇਸ 'ਤੇ ਕੋਈ ਪੈਰ ਨਹੀਂ ਰੱਖ ਸਕਦਾ, ਮੈਂ ਇਹ ਕਰਨਾ ਹੈ। ਇਸ ਤਰੀਕੇ ਦੇ ਨਾਲ ਹੰਕਾਰ ਦੇ ਵਿੱਚ ਜਿਹੜਾ ਜੀਵ ਫਸਿਆ ਹੈ, ਕਿਉਂਕਿ ਸਬਰ ਨਹੀਂ ਹੈ, ਸੰਤੋਖ ਨਹੀਂ ਹੈ। ਹਉ ਪੰਡਤ ਹਉ ਚਤੁਰ ਸਿਆਣਾ। ਇੱਦਾਂ ਹੀ ਜਿਹੜੇ ਇੱਕ ਤਾਂ ਸੰਸਾਰੀ ਧੰਦਿਆਂ ਦੇ ਵਿੱਚ ਲੱਗੇ ਨੇ, ਕੁਛ ਲੋਕ ਧਰਮ ਨੂੰ ਧੰਦਾ ਬਣਾਇਆ ਹੈ। ਉਹ ਆਪਣੇ ਆਪ ਨੂੰ ਕੋਈ ਕਹਿੰਦਾ ਮੈਂ ਵਿਦਵਾਨ ਹਾਂ, ਮੈਂ ਬਹੁਤ ਸਿਆਣਾ ਹਾਂ, ਲੋਕਾਂ ਨੂੰ ਸਿੱਖਿਆਵਾਂ ਦਿੰਦਾ ਹੈ। ਉਸਨੇ ਵੀ, ਉਸਦਾ ਵੀ ਕੰਮ ਕੀ ਹੈ? ਧਨ ਇਕੱਠਾ ਕਰਨਾ, ਮਾਇਆ ਦੌਲਤ ਇਕੱਠੀ ਕਰਨੀ, ਹੋਰ ਇਕੱਠੀ ਕਰਨੀ। ਜੇ ਆਪਾਂ ਦੇਖਦੇ ਹਾਂ ਕਿ ਉਹ ਵੀ ਜਾਂਦੇ ਨੇ, ਕੋਈ ਕਥਾ ਕਰਨਾ ਆਉਂਦਾ, ਕੀਰਤਨ ਕਰਨਾ ਆਉਂਦਾ ਹੈ, ਅਤੇ ਉਸਦੀ ਇੱਕ ਭੇਟਾ ਹੈ, 5-4 ਹਜ਼ਾਰ ਰੁਪਈਆ ਉਸਦੀ ਭੇਟਾ ਹੁੰਦੀ ਹੈ। ਲੇਕਿਨ ਉਸਨੂੰ ਹੁੰਦਾ ਹੈ ਕਿ ਮੈਂ ਵੀ 5,000 ਤਾਂ ਮੈਨੂੰ ਮਿਲਣਾ ਹੀ ਹੈ, ਲੇਕਿਨ ਮੈਂ ਵੀ ਘੱਟੋ ਘੱਟ 10,000 ਬਣੇ। 5,000 ਫਿਰ ਲੋਕ ਉਸਨੂੰ ਦੇ ਦਿੰਦੇ ਨੇ, ਮੱਥਾ ਟੇਕਦੇ 10 ਰੁਪਈਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ, ਅਤੇ 10 ਰੁਪਈਏ ਉਸ ਨੂੰ ਟੇਕ ਦਿੰਦੇ ਨੇ। ਆਪਾਂ ਦੇਖਦੇ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸ਼ਰੀਕ ਬਣ ਕੇ ਬੈਠ ਜਾਂਦੇ ਨੇ। ਇਸ ਤਰੀਕੇ ਦੇ ਨਾਲ ਉਹ ਜੀਵ ਵੀ, ਕਿਉਂਕਿ ਕੀ ਹੈ ਕਿ ਮਾਇਆ ਦ੍ਰਿੜ ਕੀਤੀ ਹੋਈ ਹੈ। ਕਰਨਾ ਹਾਰਨਾ ਬੁਝੇ ਬੇਗਾਨਾ, ਪਰ ਉਸ ਪ੍ਰਭੂ ਨੂੰ ਨਹੀਂ ਬੁਝਿਆ, ਉਸ ਨੂੰ ਬੇਗਾਨਾ ਸਮਝਦਾ, ਕਿਉਂਕਿ ਆਪਣੇ ਆਪ ਨੂੰ ਹੀ ਸਾਰਾ ਕੁਛ ਚਲਾਉਂਦਾ ਹੈ। ਜਿਸ ਨੇ ਸਾਰਾ ਕੁਛ ਦਿੱਤਾ ਹੈ, ਉਸ ਪ੍ਰਭੂ ਨੇ, ਉਸ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ, ਉਸ ਤੋਂ ਬੇਮੁਖ ਹੋਇਆ ਹੈ, ਬੇਗਾਨਾ ਬਣਿਆ ਹੈ। ਕਿ ਜੇ ਉਸ ਦਾ ਹੋ ਗਿਆ ਫਿਰ ਤਾਂ ਆਪਾਂ ਐਸਾ ਕਰ ਹੀ ਨਹੀਂ ਸਕਦਾ ਜੀਵ। ਜਦੋਂ ਪ੍ਰਭੂ ਦੀ ਹੁਕਮ ਦੇ ਵਿੱਚ ਆ ਗਿਆ, ਪ੍ਰਭੂ ਦੀ ਆਗਿਆ ਦੇ ਵਿੱਚ ਆ ਗਿਆ, ਫਿਰ ਤਾਂ ਉਸ 'ਤੇ ਭਰੋਸਾ ਹੈ, ਉਸ 'ਤੇ
ਕਿ ਜੋ ਉਹ ਦੇਗਾ ਉਹ ਹੀ ਸਾਨੂੰ ਮਨਜ਼ੂਰ ਹੈ, ਲੇਕਿਨ ਉਸ ਨੂੰ ਜਾਣਨ ਤੋਂ ਬਿਨਾਂ ਜੀਵ ਇਸ ਅਵਸਥਾ 'ਚ ਵਿਚਰਦਾ ਹੈ। ਆਪਣੀ ਗਤ ਮਿੱਥ ਆਪੇ ਜਾਣੈ, ਕਿਆ ਕੋ ਕਹੇ ਕਿ ਆਖ ਵਖਾਨੈ। ਹੁਣ ਸਮਝਾਉਂਦੇ ਨੇ ਕਿ ਇਹ ਜੀਵ ਜਿਹੜੇ ਇਹ ਉਸ ਪ੍ਰਭੂ ਦੇ ਬਾਰੇ ਕੁਛ ਨਹੀਂ ਕਹਿ ਸਕਦੇ, ਕਿਉਂਕਿ ਪ੍ਰਭੂ ਆਪ ਆਪਣੀ ਗਤ ਆਪ ਜਾਣਦਾ ਹੈ। ਜੇ ਕਿਸੇ ਜੀਵ ਨੂੰ ਆਪਾ ਜਣਾਏਗਾ ਫਿਰ ਹੀ ਉਹ ਜੀਵ ਉਹਦੇ ਬਾਰੇ ਕੁਛ ਕਹੇਗਾ, ਕਿਉਂਕਿ ਜੇ ਉਹ ਖਜ਼ਾਨਾ ਬਖਸ਼ੇਗਾ। ਲੇਕਿਨ ਜਦ ਤੱਕ ਐਸੇ ਜੀਵ ਨੇ ਜਿਹੜੇ ਉਹਨਾਂ ਨੂੰ ਜਣਾਉਂਦਾ ਨਹੀਂ ਹੈ, ਇਸ ਕਰਕੇ ਉਹ ਹੰਕਾਰ ਦੇ ਵਿੱਚ ਰਹਿੰਦੇ ਨੇ ਕਿ ਅਸੀਂ ਯੋਧੇ ਹਾਂ, ਅਸੀਂ ਪੰਡਿਤ ਹਾਂ, ਅਸੀਂ ਸਿਆਣੇ ਹਾਂ, ਚਤੁਰ ਹਾਂ, ਪਰ ਉਸ ਪ੍ਰਭੂ ਦੇ ਬਾਰੇ ਨਹੀਂ ਜਾਣਦੇ, ਕਿਉਂਕਿ ਐਸੇ ਜੀਵਾਂ ਨੂੰ ਜਣਾਉਂਦਾ ਵੀ ਨਹੀਂ ਹੈ। ਕਿਆ ਕੋ ਕਹੇ ਕਿ ਆਖ ਵਖਾਨਾ, ਇਸ ਕਰਕੇ ਕਿਆ ਕੋ ਇਹਦੇ ਬਾਰੇ ਕਹਿ ਸਕਦਾ। ਜਦ ਤੱਕ ਕਿਸੇ ਨੂੰ ਜਣਾਉਂਦਾ ਨਹੀਂ, ਕੋਈ ਆਖ ਕੇ ਦੱਸ ਨਹੀਂ ਸਕਦਾ ਉਹਦੇ ਬਾਰੇ। ਜਿਤ ਜਿਤ ਲਾਵੈ ਤਿਤ ਤਿਤ ਲਗਣਾ, ਜਿਵੇਂ ਜਿਵੇਂ ਕਿਸੇ ਜੀਵ ਨੂੰ ਲਾਉਂਦਾ ਹੈ ਉਵੇਂ ਉਵੇਂ ਉਹ ਫਿਰ ਲੱਗਦਾ ਹੈ। ਆਪਣਾ ਭਲਾ ਸਭ ਕਾਹੂ ਮੰਗਣਾ, ਹਰ ਕੋਈ ਜੀਵ ਆਪਣਾ ਭਲਾ ਮੰਗਦਾ ਹੈ। ਸਾਰੇ ਆਪਣਾ ਹੀ ਭਲਾ ਮੰਗਦੇ ਨੇ, ਪਰ ਭਲੇ ਭਲੇ ਦੇ ਵਿੱਚ ਫਰਕ ਹੈ। ਕਈ ਜੀਵ ਮਾਇਆ ਦੇ 'ਚ ਲੱਗੇ ਨੇ, ਉਹਨਾਂ ਨੂੰ ਇਹ ਸਮਝਦਾ ਹੈ ਵੀ ਇਸੇ 'ਚ ਮੇਰਾ ਭਲਾ ਹੈ, ਮੈਂ ਇੰਨੇ ਪੈਸੇ ਕਮਾ ਲਏ, ਇਹ ਮੇਰਾ ਭਲਾ ਹੈ। ਅਤੇ ਜਿਨ੍ਹਾਂ ਨੂੰ ਆਪਣੀ ਸਿਫਤ ਸਲਾਹ 'ਚ ਲਾਉਂਦਾ ਹੈ, ਉਹਨਾਂ ਦੀ ਫਿਰ ਇਹੀ ਸੋਚ ਹੈ ਕਿ ਅਸੀਂ ਪ੍ਰਭੂ ਦੀ ਸਿਫਤ ਸਲਾਹ ਕਰ ਲਈ, ਉਸਦੇ ਗੁਣ ਗਾ ਲਏ, ਉਸਦੀ ਰਹਿਮਤ ਦੇ ਵਿੱਚ ਰਹਿ ਕੇ ਅਤੇ ਉਸਦੀ ਦਇਆ ਦੇ ਵਿੱਚ ਨਿਸ਼ਕਾਮ, ਉਹਨਾਂ ਦੇ ਵਾਸਤੇ ਉਹ ਭਲਾ ਹੈ। ਸਗਲ ਉਦਮ ਹੈ ਉਦਮ ਭਲਾ, ਹਰ ਕੋ ਨਾਮ ਜਪੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਾ ਸੁਨ ਰਸਨ ਬਖਾਣੀ। ਅਤੇ ਐਸੇ ਜੀਵ ਨੇ ਜਿਹੜੇ, ਪਰ ਸਾਰੇ ਆਪਣਾ ਆਪਣਾ ਭਲਾ ਮੰਗਦੇ ਨੇ। ਜਿਹੋ ਜਿਹਾ ਕੋਈ ਲੱਗਿਆ ਹੈ ਉਹ ਜਿਹਾ ਆਪਣਾ ਉਹਨਾਂ ਨੂੰ ਉਸੇ ਚੀਜ਼ 'ਚ ਭਲਾ ਦਿਸਦਾ ਹੈ। ਸਭ ਕਿਛ ਕੇ ਤੇਰਾ ਤੂੰ ਕਰਨਾ ਹਾਰ, ਸਮਝਾਉਂਦੇ ਨੇ ਉਸੇ ਪ੍ਰਭੂ ਦਾ ਹੈ ਸਾਰਾ ਕੁਛ, ਅਤੇ ਕਰਨਹਾਰ ਆਪ ਹੀ ਹੈ। ਅੰਤ ਨਹੀਂ ਕਿਛ ਪਾਰਾਵਾਰ, ਜਿਸ ਦਾ ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ ਹੈ, ਕਿਉਂਕਿ ਉਹ ਸਰਬ ਵਿਆਪਕ ਹੈ। ਉਹ ਇੱਕ ਹੀ ਮਾਲਕ ਹੈ ਸਭ ਕਾਸੇ ਦਾ। ਦਾਸ ਆਪਣੇ ਕੋ ਦੀਜੈ ਦਾਨ, ਪਰ ਜਿਨ੍ਹਾਂ ਨੂੰ ਆਪਣੇ ਦਾਸ ਬਣਾ ਲੈਂਦਾ ਹੈ, ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਹੈ, ਜਿਨ੍ਹਾਂ ਨੂੰ ਆਪਣੀ ਸੇਵਾ ਦੇ ਵਿੱਚ ਲਾਉਂਦਾ ਹੈ, ਆਪਣੀ ਸਿਫਤ ਸਲਾਹ ਦੇ ਵਿੱਚ ਲਾਉਂਦਾ ਹੈ, ਉਹਨਾਂ ਨੂੰ ਫਿਰ ਆਪ ਇਹ ਦਾਨ ਦਿੰਦਾ ਹੈ, ਇਹ ਖਜ਼ਾਨਾ ਦਿੰਦਾ ਹੈ। ਕਬੂ ਨਾ ਬਿਸਰੈ ਨਾਨਕ ਨਾਮ, ਉਹਨਾਂ ਨੂੰ ਕਦੇ ਵੀ ਉਸ ਪ੍ਰਭੂ ਦਾ ਨਾਮ ਨਹੀਂ ਵਿਸਰਦਾ। ਜਿਨ੍ਹਾਂ ਨੂੰ ਆਪ ਆਪਣੇ ਬਣਾ ਲੈਂਦਾ ਹੈ ਉਹਨਾਂ ਨੂੰ ਵਿਸਰਦਾ ਨਹੀਂ ਹੈ। ਅਤੇ ਜਿਹੜੇ ਦੂਜੇ ਜੀਵ ਨੇ, ਜਿਨ੍ਹਾਂ ਨੇ ਇਹ ਦ੍ਰਿੜ ਕੀਤਾ ਹੈ, ਜਿਹੜੇ ਵੀ ਧੰਦੇ 'ਚ ਲੱਗਿਆ ਹੈ ਜੀਵ, ਉਸ ਨੂੰ ਧੰਦਾ ਬਣਾ ਕੇ ਕਿ ਮੈਂ ਹੋਰ ਜ਼ਿਆਦਾ ਕਮਾਈ ਕਰਨੀ ਹੈ, ਐਸੇ ਜੀਵ ਫਿਰ ਮਹਾਰਾਜ ਸਮਝਾਉਂਦੇ ਨੇ ਕਿ ਉਹਨਾਂ ਨੂੰ ਚਿੱਤ 'ਚ ਨਹੀਂ ਆਉਂਦਾ ਕਿ ਮੈਂ ਕੀ ਕਰਨ ਵਾਸਤੇ ਆਇਆ ਹਾਂ। ਇਸ ਕਰਕੇ ਉਹ ਜੀਵ ਨੇ ਜਿਹੜੇ ਫਿਰ ਉਹਨਾਂ ਚੀਜ਼ਾਂ ਦੇ ਨਾਲ ਲਪਟੇ ਰਹਿੰਦੇ ਨੇ ਜਿਹੜੀਆਂ ਬਿਨਸਨਹਾਰ ਨੇ। ਸੋ ਗੁਰੂ ਪਿਆਰਿਓ, ਹੁਣ ਆਪਾਂ ਉਸ ਦੇ ਨਾਲ ਲਪਟਣਾ ਹੈ, ਉਸ ਦੇ ਨਾਲ ਪ੍ਰੀਤ ਪਾਉਣੀ ਹੈ ਜਿਹੜਾ ਸੁੱਖ ਦੇਣ ਵਾਲਾ ਹੈ, ਕਿਉਂਕਿ ਉਸ ਦੇ ਨਾਲ ਨਹੀਂ ਆਪਾਂ ਪ੍ਰੀਤ ਪਾਉਣੀ ਜਿਹੜਾ ਨਾਸਵਾਨ ਹੈ। ਮਹਾਰਾਜ ਸਮਝਾਉਂਦੇ ਨੇ, ਜੋ ਦਿਸੈ ਸੋ ਚਾਲਣਹਾਰ, ਲਪਟ ਰਹੇ ਹੋਤਾ ਹੈ ਅੰਧ ਅੰਧਾਰ।
ਵੀ ਜੋ ਦਿਸਦਾ ਚੱਲਣਹਾਰ ਹੈ ਉਹਦੇ ਨਾਲ ਲਪਟ ਰਿਹਾ ਅਗਿਆਨਤਾ ਦੇ ਅੰਧੇਰੇ ਦੇ ਵਿੱਚ। ਬਟਾਊ ਸਿਓ ਜੋ ਲਾਵੇ ਨੇ, ਤਾਂ ਕੋ ਹਾਥ ਨਾ ਆਵੇ। ਕਿ ਜੇ ਆਪਾਂ ਰਾਹੀ ਦੇ ਨਾਲ, ਮੁਸਾਫਰ ਦੇ ਨਾਲ ਪਿਆਰ ਪਾ ਲਈਏ, ਕਿਉਂਕਿ ਮੁਸਾਫਰ ਹੈ ਅੱਜ ਇੱਥੇ ਹੈ, ਕੱਲ੍ਹ ਨੂੰ ਅੱਗੇ ਚਲੇ ਜਾਣਾ ਹੈ, ਅਤੇ ਸਾਨੂੰ ਕੁਛ ਹਾਸਲ ਨਹੀਂ ਹੋਣਾ। ਇੱਦਾਂ ਹੀ ਮਹਾਰਾਜ ਸਮਝਾਉਂਦੇ ਨੇ, ਬਿਰਖੀ ਛਾਇਆ ਸੋ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੇ। ਦਰਖਤ ਦੇ ਨਾਲ ਪਿਆਰ ਪਾਲੂੰਗੀ ਉਹਦੀ ਛਾਵਾਂ ਦੇ ਨਾਲ, ਕਿਉਂਕਿ ਦਰਖਤ ਵੀ ਨਾਸਵਾਨ ਹੈ। ਇਸ ਕਰਕੇ ਜੇ ਮਨ ਸਰੀਰ ਨਾਲ ਪਿਆਰ ਪਾਉਂਦਾ ਹੈ, ਸਰੀਰ ਵੀ ਨਾਸਵਾਨ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਵੀ ਮਨ, ਹੈ ਮੇਰੇ ਮਨ, ਪ੍ਰੀਤ ਹਰੀ ਦੇ ਨਾਮ ਦੀ ਹੀ ਸੁਖ ਦੇਣ ਵਾਲੀ ਹੈ। ਕਰ ਕਿਰਪਾ ਨਾਨਕ ਆਪ ਲੈ ਲਾਈ। ਪਰ ਕਦੋਂ ਲੱਗਦੀ ਹੈ? ਜਦੋਂ ਆਪ ਮਾਲਿਕ ਕਿਰਪਾ ਕਰਦਾ ਹੈ, ਸਾਡੇ ਨਾਲ ਪ੍ਰੀਤ, ਸਾਡੀ ਪ੍ਰੀਤ ਜੋੜ ਲੈਂਦਾ ਹੈ। ਸੋ ਆਓ ਆਪਾਂ ਵੀ ਪਿਆਰ ਪਾਉਣਾ ਹੈ, ਪ੍ਰੇਮਾ ਭਗਤੀ ਕਰਨੀ ਹੈ, ਕਿਉਂਕਿ ਉਹੀ ਜੀਵ ਪ੍ਰਭੂ ਨੂੰ ਪਾਉਂਦੇ ਨੇ ਜਿਹੜੇ ਉਹਦੇ ਨਾਲ ਪ੍ਰੇਮ ਕਰਦੇ ਨੇ। ਸਾਚ ਕਹੋ ਸੁਣ ਲੈ ਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਆਓ ਕਿਵੇਂ ਆਪਾਂ ਪ੍ਰੇਮ ਪਾਉਣਾ ਹੈ, ਕਿਵੇਂ ਆਪਾਂ ਉਸ ਦੇ ਦਰਸ਼ਨਾਂ ਦੇ ਵਾਸਤੇ ਨੇਤਰਾਂ ਦਾ ਸ਼ਿੰਗਾਰ ਕਰਨਾ ਹੈ। ਜੋ ਦ੍ਰਿਸ਼ਟੀ ਸਾਡੀ ਹੈ, ਆਪਾਂ ਆਪਣੀ ਦ੍ਰਿਸ਼ਟੀ ਨੂੰ ਸਮਝਣਾ ਹੈ। ਜਿਹੜੀ ਦ੍ਰਿਸ਼ਟੀ ਸਾਡੀ ਮੈਲੀ ਹੋ ਚੁੱਕੀ ਹੈ, ਕਿਉਂਕਿ ਅਸੀਂ ਸਿਰਫ ਸੰਸਾਰ ਨੂੰ ਦੇਖਦੇ ਹਾਂ। ਜਿਹੜਾ ਸੰਸਾਰ ਹੈ ਇਹ 3 ਗੁਣਾਂ ਤੋਂ ਪੈਦਾ ਹੋਇਆ ਹੈ। ਇਸ ਕਰਕੇ ਪੌਣ ਪਾਣੀ ਅਗਨ ਦੁਆਰਾ ਪੈਦਾ ਹੋਇਆ ਇਹ ਮਿੱਟੀ ਤੱਤ ਦਾ ਇਹ ਦ੍ਰਿਸ਼ਟਮਾਨ ਸੰਸਾਰ ਹੈ, ਅਤੇ ਮਨ ਇਹਦੇ ਨਾਲ ਲੱਗਿਆ ਹੈ, ਜੁੜਿਆ ਹੈ। ਇਸ ਕਰਕੇ ਦ੍ਰਿਸ਼ਟੀ ਸਾਡੀ ਮੈਲੀ ਹੋ ਚੁੱਕੀ ਹੈ। ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ, ਚਿੱਕੜ ਹੋਵੇ, ਪਾਣੀ, ਮਿੱਟੀ, ਗਾਰਾ ਚਿੱਕੜ ਬਣ ਜਾਂਦਾ ਹੈ। ਚਿੱਕੜ ਦੇ ਵਿੱਚ ਕੋਈ ਜੀਵ ਵੜੇਗਾ ਅਤੇ ਉਸ ਚਿੱਕੜ ਦੇ ਨਾਲ ਲਿਬੜ ਜਾਏਗਾ। ਇੱਦਾਂ ਹੀ ਸਾਡਾ ਮਨ ਇਸ ਚਿੱਕੜ ਦੇ ਨਾਲ ਲੱਗਿਆ ਹੈ, ਮੋਹ ਦੇ ਵਿੱਚ ਫਸਿਆ ਹੈ। ਤਿੱਤ ਸਰਵੜਾ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਤਾ ਹੈ ਡੂਬੀਅਲੇ। ਸਾਰਾ ਸੰਸਾਰ ਹੀ ਮਹਾਰਾਜ ਸਮਝਾਉਂਦੇ ਨੇ ਚਿੱਕੜ 'ਚ ਫਸਿਆ ਹੈ। ਇਸ ਕਰਕੇ ਮਨ ਨੂੰ ਮੈਲ ਲੱਗੀ ਹੈ। ਹੁਣ ਆਪਾਂ ਜਿਹੜਾ ਮਨ ਦਾ ਇਸ਼ਨਾਨ ਕਰਨਾ ਹੈ, ਉਹ ਚਿੱਕੜ 'ਚ ਨਹੀਂ ਕਰਨਾ, ਆਪਾਂ ਸਰੋਵਰ 'ਚ ਕਰਨਾ ਹੈ, ਸੁੰਨ ਸਰੋਵਰ ਦੇ ਵਿੱਚ, ਜਿੱਥੇ ਸਾਡਾ ਮਨ ਨਿਰਮਲ ਹੋਏਗਾ। ਇਸ ਕਰਕੇ